ਹਰੇਕ ਵਾਰੀ ਕੋਈ ਫੈਸਲਾ ਨਹੀਂ ਦਿੱਤਾ। ਅਸੀਂ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਸੀ ਅਸੀਂ ਉਸ ਦਿਨ ਨਾਲ ਆਏ ਸੀਗੇ। ਅਸੀਂ ਉਦੋਂ ਇਹ ਫੈਸਲਾ ਨਹੀਂ ਲਿਆ ਸੀਗਾ ਵੀ ਅਸੀਂ ਭੁੱਖ ਹੜਤਾਲ ਤੇ ਬੈਠਾਂਗੇ ਜਾਂ ਮਰਨ ਵਰਤ ਤੇ ਬੈਠਾਂਗੇ, ਪਰ ਅਸੀਂ ਇਹ ਦੇਖਿਆ ਵੀ ਇਹ ਸਰਕਾਰਾਂ ਸਿਰਫ ਰਾਜਨੀਤਿਕ ਖੇਡਾਂ ਖੇਡ ਰਹੀਆਂ ਨੇ, ਕੋਈ ਫੈਸਲਾ ਨਹੀਂ ਦੇ ਰਹੀਆਂ। ਇਹਨਾਂ ਨੇ ਕਿਸਾਨ ਨੂੰ ਅੱਤਵਾਦੀ ਕਹਿਤਾ ਸੀਗਾ। ਜਦ ਅੱਤਵਾਦੀ ਕਿਸਾਨ ਨੂੰ ਕਿਹਾ ਜਾਂਦਾ ਨਾ ਜੀ, ਖੂਨ ਖੌਲ ਜਾਂਦਾ ਹੈ। ਇੱਕ ਅਸੀਂ ਮੋਦੀ ਸਰਕਾਰ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦੇ ਹਾਂ ਵੀ ਮੋਦੀ ਸਾਹਿਬ ਅਸੀਂ ਬਲੀਦਾਨੀ ਹੈਗੇ, ਅਸੀਂ ਬਲੀਦਾਨ ਦੇਣ ਵਾਲੇ ਹਾਂ। ਹੋ ਸਕਦਾ ਸਾਡੇ ਬਲੀਦਾਨ ਨਾਲ ਕੋਈ ਫਰਕ ਪੈ ਜਾਵੇ ਉਹਨਾਂ ਨੂੰ। ਹਜ਼ਾਰਾਂ ਦੇ ਵਿੱਚ ਇਹ ਗਿਣਤੀ ਚਲੀ ਜਾਏਗੀ। ਅਸੀਂ ਜਦੋਂ ਵੀ ਬੈਠ ਰਹੇ ਹਾਂ, ਅਸੀਂ ਜੋ ਵੀ ਸਾਡੇ ਨਾਲ ਆ ਕੇ ਬੈਠਦਾ ਅਸੀਂ ਉਹਨੂੰ ਪਹਿਲਾਂ ਇਹ ਪੁੱਛਦੇ ਹਾਂ, ਬਾਈ ਜੀ ਅਸੀਂ 10 ਦਿਨਾਂ ਬਾਅਦ ਮਰਨ ਵਰਤ ਤੇ ਹੋ ਜਾਣਾ, ਅਸੀਂ ਹੁਣ ਵੀ ਨਿੰਬੂ ਪਾਣੀ ਤੇ ਪਾਣੀ ਤੋਂ ਬਿਨਾਂ ਕੁਝ ਨਹੀਂ ਲੈ ਰਹੇ। ਜੇ ਤੁਸੀਂ ਸਾਡੇ ਨਾਲ ਬੈਠਣ ਲਈ ਤਿਆਰ ਹੋ ਤਾਂ ਮੋਸਟ ਵੈਲਕਮ, ਜੇ ਨਹੀਂ ਤੁਸੀਂ ਕਰ ਸਕਦੇ ਤਾਂ ਠੀਕ, ਤੁਸੀਂ ਸਾਨੂੰ ਵੈਸੇ ਸਪੋर्ट दो। हमारा गन्ना पिछले साल का गया भैया, आज तक उसके पैसे नहीं आए। नया गन्ना शुरू हो गया और यदि ये मंडी यहाँ से तोड़ दी जाएगी तो फिर इनके जो कॉन्ट्रैक्ट फार्म बोल रहे हैं उसमें जो किसान से ज़मीन वगैरह लेंगे, ज़मीन वगैरह लेंगे तो उसका पैसा जो है मतलब इन्होंने लोन ले लेंगे। और इसमें ऐसे ही इस कानून में 20-25 खामी है जो इसको मतलब संशोधन करने से भी ये सुधरने वाली नहीं है। अगर इसमें संशोधन हो भी गया तो उसमें से भी कल को और स्कीमें निकल सकती हैं। मतलब ਜੇ ਮੁੱਦਾ ਹੱਕ ਦਾ ਹੋਇਆ ਤਾਂ ਤੀਰਾਂ ਵਾਂਗ ਟੱਕਰਾਂਗੇ, ਅਸੀਂ ਬੈਠੇ ਨਹੀਂ ਹਾਂ ਸਿਰ ਤੋਂ ਉੱਡਦੇ ਬਾਜ ਦੇਖਣ ਨੂੰ। ਸੁਖਵਿੰਦਰ ਅੰਮ੍ਰਿਤ ਹੁਣਾਂ ਦੀਆਂ ਇਹ ਸਤਰਾਂ ਇਸ ਵਕਤ ਕਿਸਾਨੀ ਸੰਘਰਸ਼ ਨੂੰ ਲੈ ਕੇ ਜਿਸ ਤਰ੍ਹਾਂ ਦਾ ਜੋਸ਼ ਜੋ ਹੈ ਇੱਥੇ ਬੈਠੇ ਕਿਸਾਨਾਂ ਦੇ ਵਿੱਚ ਜਾਂ ਉਹਨਾਂ ਦੇ ਸਮਰਥਨ 'ਚ ਆਏ ਹੋਏ ਜਿੰਨੇ ਵੀ ਹਨ ਉਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਉਹਨਾਂ ਸਾਰਿਆਂ ਤੇ ਬਾਖੂਬ ਟੁਕਦੀਆਂ ਹਨ। ਇਸ ਵੇਲੇ ਮੈਂ ਜਿੱਥੇ ਬੈਠੀ ਹਾਂ ਇਸ ਟੈਂਟ ਦੇ ਵਿੱਚ ਜਿੰਨੇ ਵੀ ਜਾਣੇ ਬੈਠੇ ਹਨ ਉਹ ਭੁੱਖ ਹੜਤਾਲ ਤੇ ਹਨ। ਪਿਛਲੇ 5 ਦਿਨਾਂ ਤੋਂ ਕਿਸਾਨੀ ਹੱਕਾਂ ਨੂੰ ਲੈ ਕੇ ਵੱਖ-ਵੱਖ ਫੀਲਡਸ ਦੇ ਨਾਲ ਇਹ ਸੰਬੰਧ ਰੱਖਦੇ ਹਨ। ਕੋਈ ਸਪੋਰਟਸ ਮੈਨ ਹੈ, ਕੋਈ ਕਿਤਿਓਂ ਆਇਆ ਹੈ, ਕੋਈ ਕਿਤਿਓਂ ਆਇਆ ਹੈ, ਪਰ ਸਾਰਿਆਂ ਦਾ ਉਦੇਸ਼ ਇੱਕ ਹੈ ਕਿ ਕਿਸਾਨਾਂ ਨੂੰ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਹਨ। ਸੋ ਇੱਕ ਭਾਈ ਸਾਹਿਬ ਮੇਰੇ ਨਾਲ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਜਸਬੀਰ ਸਿੰਘ ਜੀ, ਜੀ ਜਸਬੀਰ ਜੀ 5 ਦਿਨ ਤੋਂ ਭੁੱਖ ਹੜਤਾਲ ਤੇ ਹੋ, ਕਿਉਂ ਇਹ ਫੈਸਲਾ ਲਿਆ? ਸਭ ਤੋਂ ਪਹਿਲਾਂ ਸਪੋਕਸਮੈਨ ਦੇਖ ਰਹੇ ਸਰੋਤਿਆਂ ਨੂੰ ਮੇਰੀ ਤਰਫ ਤੋਂ ਤੇ ਸਾਡੀ ਸੰਸਥਾ ਸ਼ਹੀਦ ਫੇਰੂਮਾਨ ਸੰਸਥਾ ਦੀ ਤਰਫ ਤੋਂ ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਹੰਤ ਜਸਬੀਰ ਦਾਸ ਜੀ ਇਹ ਦੱਸਣਾ ਚਾਹਾਂਗਾ ਜੀ ਤੁਹਾਨੂੰ ਵੀ ਇਹ ਜੋ ਅੰਨੀ ਬੋਲੀ ਸਰਕਾਰ ਮੋਦੀ ਸਰਕਾਰ ਨੇ ਹੁਣ ਸਾਡੇ ਕਿਸਾਨ ਭਰਾਵਾਂ ਦੀਆਂ ਜੋ ਜਥੇਬੰਦੀਆਂ ਸੀ 5 ਵਾਰੀ ਮੀਟਿੰਗ 'ਚ ਬੁਲਾਇਆ, 5 ਵਾਰੀ ਉਹਨਾਂ ਨੂੰ ਰਾਜਨੀਤਿਕ ਖੇਡਦੇ ਹੋਏ ਹਰੇਕ ਵਾਰੀ ਵਾਪਸ ਭੇਜਤਾ, ਹਰੇਕ ਵਾਰੀ ਕੋਈ ਫੈਸਲਾ ਨਹੀਂ ਦਿੱਤਾ। ਅਸੀਂ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਸੀ ਅਸੀਂ ਉਸ ਦਿਨ ਨਾਲ ਆਏ ਸੀਗੇ। ਅਸੀਂ ਉਦੋਂ ਇਹ ਫੈਸਲਾ ਨਹੀਂ ਲਿਆ ਸੀਗਾ ਵੀ ਅਸੀਂ ਭੁੱਖ ਹੜਤਾਲ ਤੇ ਬੈਠਾਂਗੇ ਜਾਂ ਮਰਨ ਵਰਤ ਤੇ ਬੈਠਾਂਗੇ, ਪਰ ਅਸੀਂ ਇਹ ਦੇਖਿਆ ਵੀ ਇਹ ਸਰਕਾਰਾਂ ਸਿਰਫ ਰਾਜਨੀਤਿਕ ਖੇਡਾਂ ਖੇਡ ਰਹੀਆਂ ਨੇ, ਕੋਈ ਫੈਸਲਾ ਨਹੀਂ ਦੇ ਰਹੀਆਂ। ਉਸ ਚੀਜ਼ ਸਾਡੀ ਜੋ ਸੰਸਥਾ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਜੀ ਨੇ ਪੰਜਾਬ ਲਈ 74 ਦਿਨ ਦਾ ਮਰਨ ਵਰਤ ਰੱਖਿਆ ਸੀ ਜੀ, ਉਸ ਦੇ ਉੱਪਰ ਸ਼ਹੀਦ ਹੋ ਗਏ ਸਨ। ਤੇ ਮੇਰੇ ਫਾਦਰ ਸਾਹਿਬ ਮਹੰਤ ਸੇਵਾਦਾਸ ਸਿੰਘ ਜਿਨ੍ਹਾਂ ਦੀ ਇੱਧਰ ਪਿਕਚਰ ਲੱਗੀ ਹੈ ਜੀ, ਉਹਨਾਂ ਨੇ 44 ਦਿਨ ਦਾ ਮਰਨ ਵਰਤ ਰੱਖਿਆ ਸੀ। ਤਾਂ ਉਸ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਇਹ ਆਸ਼ਵਾਸਨ ਦੇ ਕੇ ਵੀ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਤੇ ਉਠਾਤਾ ਸੀਗਾ ਜੀ, ਪਰ ਉਸ ਤੋਂ ਬਾਅਦ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ। ਉਸ ਚੀਜ਼ ਨੂੰ ਲੜਾਈਆਂ ਅੱਗੇ ਲੜਦੇ ਗਏ ਜੀ। ਸਾਡੇ ਖੂਨ 'ਚ ਹੀ ਇਹ ਆ, ਕਿਉਂਕਿ ਅਸੀਂ ਖੇਤੀਬਾੜੀ ਨਾਲ ਵੀ ਸੰਬੰਧ ਰੱਖਦੇ ਹਾਂ ਜੀ। ਅਸੀਂ ਇਸ ਖੂਨ ਦੇ ਵਿੱਚ ਸਾਡੇ ਵਿੱਚ ਬਲੀ ਦੇਣ ਸ਼ਹੀਦੀਆਂ ਦੇਣ ਦਾ ਹੈਗਾ ਜੀ ਬਲ। ਅਸੀਂ ਦੇਸ਼ ਲਈ ਪਹਿਲਾਂ ਵੀ ਸ਼ਹੀਦੀਆਂ ਦਿੱਤੀਆਂ, ਹੁਣ ਵੀ ਜੇ ਸਾਨੂੰ ਸ਼ਹੀਦੀ ਦੇਣ ਦੀ ਲੋੜ ਪਈ ਤਾਂ ਅਸੀਂ ਸ਼ਹੀਦ ਹੋ ਜਾਵਾਂਗੇ, ਪਰ ਸਾਡੀ ਸ਼ਹੀਦੀ ਦਾ ਜੋ ਸ਼ਹੀਦ ਹੋਏਗੇ ਤਾਂ ਸਾਡੀ ਸ਼ਹੀਦੀ ਦਾ ਜ਼ਿੰਮੇਦਾਰ ਕੇਵਲ ਤੇ ਕੇਵਲ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਹੋਏਗਾ। ਉਹਦੇ ਉੱਤੇ 302 ਦਾ ਪਰਚਾ ਹੋਣਾ ਚਾਹੀਦਾ ਜੀ, ਜੇ ਅਸੀਂ ਸ਼ਹੀਦ ਹੁੰਨੇ ਆ ਤੇ। ਸੋ ਮਤਲਬ ਤੁਸੀਂ ਇੱਥੇ ਸ਼ਹਾਦਤ ਦਾ ਜਿਹੜਾ ਰਾਹ ਹੈ ਉਹ ਭੁੱਖ ਹੜਤਾਲ ਦੇ ਜ਼ਰੀਏ ਅਪਣਾ ਲਿਆ ਹੈਗਾ। ਇੱਧਰ ਇੱਕ ਹੋਰ ਵੀਰ ਜੀ ਨੇ, ਉਹਨਾਂ ਦੇ ਵੱਲ ਅੱਗੇ ਵਧਣਾ ਚਾਹਾਂਗੀ। ਲੜਾਈ ਲੜਨ ਦੇ ਲਈ ਜਿਉਂਦੇ ਰਹਿਣਾ ਬੜਾ ਜ਼ਰੂਰੀ ਹੈ, ਪਰ ਇਸ ਤਰ੍ਹਾਂ ਦੇ ਨਾਲ ਮਰਨ ਵਰਤ ਦੇ ਉੱਤੇ ਜਿਹੜਾ ਬੈਠ ਜਾਣਾ, ਇਹਨੂੰ ਤੁਸੀਂ ਕਿਵੇਂ ਦੇਖ ਰਹੇ ਆ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਗਤਾਰ ਸਿੰਘ ਢੀਂਡਸਾ, ਮੈਂ ਪੰਜਾਬ ਤੋਂ ਹੈਗਾ ਜੀ। ਇਹਨਾਂ ਨੇ ਕਿਸਾਨ ਨੂੰ ਅੱਤਵਾਦੀ ਕਹਿਤਾ ਸੀਗਾ। ਜਦ ਅੱਤਵਾਦੀ ਕਿਸਾਨ ਨੂੰ ਕਿਹਾ ਜਾਂਦਾ ਨਾ ਜੀ, ਖੂਨ ਖੌਲ ਜਾਂਦਾ ਹੈ। ਹੁਣ ਤੁਸੀਂ ਦੇਖਿਆ ਹੋਊਗਾ ਸਾਡੇ ਵਿਆਹਾਂ ਦੇ ਵਿੱਚ ਵੀ 50-100 ਜਣਾ ਹੁੰਦਾ ਤਾਂ ਕਿਤੇ ਨਾ ਕਿਤੇ ਮਾੜਾ ਮੋਟਾ ਹਲਕਾ ਫੁਲਕਾ ਜਿਹਾ ਲੜਾਈ ਝਗੜਾ ਹੋ ਜਾਂਦਾ ਹੈ। ਇਹ ਇੱਥੇ ਲੱਖਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਨੇ। ਕਿਤੇ ਕਿਸੇ ਦੀ ਕਦੇ ਵੀ ਤੂੰ ਮੈਂ ਅਸੀਂ ਨੇ ਸੁਣੀ ਨਹੀਂ ਹੈਗੀ, ਅਸੀਂ ਦੇਖਦੇ ਵੀ ਰਹਿੰਦੇ ਹਾਂ। ਤੇ ਇਹਨਾਂ ਨੇ ਅੱਤਵਾਦੀ ਦਾ ਨਾਮ ਲਾਤਾ ਵੀ ਕਿਸਾਨ ਨਹੀਂ, ਇਹ ਅੱਤਵਾਦੀ ਨੇ। ਅਸੀਂ ਦੱਸਣਾ ਚਾਹੁੰਦੇ ਹਾਂ ਬਾਈ ਜੀ, ਅਸੀਂ ਲੋਕਾਂ ਦੇ ਢਿੱਡ ਭਰਨ ਵਾਲੇ ਕਿਸਾਨ ਆ। ਅੱਜ ਅਸੀਂ
ਕਿਸਾਨ ਅੰਨਦਾਤਾ ਜਿਹੜਾ ਲੋਕਾਂ ਨੂੰ ਰਜਾਉਣ ਵਾਲਾ ਹੈ, ਅੱਜ ਉਹ ਭੁੱਖਾ ਬੈਠਾ ਹੈ। ਅਸੀਂ ਉਸ ਤਹਿਤ ਅਸੀਂ ਭੁੱਖ ਹੜਤਾਲ ਕਰਤੀ ਹੈ। ਅਸੀਂ ਦੱਸਣਾ ਚਾਹੁੰਦੇ ਹਾਂ ਵੀ ਸਾਡੇ ਕੋਲ ਸਿਰਫ ਰਜਾਈਆਂ ਨੇ, ਜੇ ਇਹ ਵੀ ਲੈ ਕੇ ਜਾਣੀਆਂ ਨੇ ਨਾ, ਤੁਸੀਂ ਸੋਚੋ ਵੀ ਇਹ ਵੀ ਲੈ ਜਾਓ ਤੁਸੀਂ। ਅਸੀਂ ਭੁੱਖੇ ਬੈਠੇ ਹਾਂ ਜੀ, ਸਾਡੇ ਕੋਲ ਰਜਾਈਆਂ ਤੋਂ ਸਿਵਾ ਕੁਝ ਵੀ ਨਹੀਂ ਹੈਗਾ। ਇਸ ਕਰਕੇ ਅਸੀਂ ਸੰਦੇਸ਼ ਦੇਣਾ ਚਾਹੁੰਦੇ ਸੀਗੇ ਵੀ ਅਸੀਂ ਅੱਤਵਾਦੀ ਨਹੀਂ, ਅਸੀਂ ਕਿਸਾਨ ਹਾਂ ਜੀ। ਜੀ ਜੀ ਮੈਮ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਇਹ ਪੁੱਛਿਆ ਸੀਗਾ ਕਿ ਇਹ ਮਰਨ ਵਰਤ ਜਾਂ ਮਰਨ ਦਾ ਰਾਹ ਕਿਉਂ ਤੁਸੀਂ ਚੁਣ ਰਹੇ ਹੈਗੇ ਆ, ਜਦ ਕਿ ਸੰਘਰਸ਼ ਜਿਹੜੇ ਨੇ ਉਹ ਜਿਉਂਦੇ ਜੀ ਲੜਨੇ ਬੜੇ ਜ਼ਰੂਰੀ ਹੁੰਦੇ ਨੇ। ਦੇਖੋ ਮੈਮ, ਬਲੀਦਾਨ ਦੇਣਾ, ਜੇ ਸਾਡੇ ਕੋਲ ਕੋਈ ਹੋਰ ਰਸਤਾ ਹੁੰਦਾ, ਸਿੱਧੀ ਜੀ ਗੱਲ ਹੈ, ਜੇ ਸਾਨੂੰ ਇਹ ਬਾਰਡਰ ਕ੍ਰਾਸ ਕਰਨੇ ਪੈਂਦੇ ਤਾਂ ਸਾਡੀਆਂ ਸ਼ਹਾਦਤਾਂ ਹੋਣੀਆਂ ਹੀ ਸੀਗੀਆਂ। ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟਿਆ ਵੀ ਅਸੀਂ ਇਹ ਰਸਤਾ ਚੁਣਿਆ। ਇੱਕ ਤਾਂ ਸਾਡੇ ਭਾਈਚਾਰੇ ਨੂੰ ਸੰਦੇਸ਼ ਅਸੀਂ ਦੇਣਾ ਚਾਹੁੰਦੇ ਹਾਂ, ਇੱਕ ਅਸੀਂ ਮੋਦੀ ਸਰਕਾਰ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦੇ ਹਾਂ ਵੀ ਮੋਦੀ ਸਾਹਿਬ, ਅਸੀਂ ਬਲੀਦਾਨੀ ਹੈਗੇ, ਅਸੀਂ ਬਲੀਦਾਨ ਦੇਣ ਵਾਲੇ ਹਾਂ। ਹੋ ਸਕਦਾ ਸਾਡੇ ਬਲੀਦਾਨ ਨਾਲ ਕੋਈ ਫਰਕ ਪੈ ਜਾਵੇ ਉਹਨਾਂ ਨੂੰ। ਜੀ ਜੀ ਜੀ। ਸੋ ਇਸ ਵੇਲੇ ਕਿੰਨੇ ਜਾਣੇ ਜਿਹੜੇ ਨੇ ਤੁਹਾਡੇ ਸਮਰਥਨ ਦੇ ਵਿੱਚ, ਜਾਂ ਇੱਥੇ ਕਿੰਨੇ ਲੋਕ ਜਿਹੜੇ ਨੇ ਭੁੱਖ ਹੜਤਾਲ ਤੇ ਬੈਠੇ ਨੇ? ਅਸੀਂ ਜਿਸ ਦਿਨ ਇਹ 13 ਤਰੀਕ ਨੂੰ ਸ਼ੁਰੂ ਕੀਤੀ ਸੀ ਨਾ ਜੀ, 13 ਤਰੀਕ ਤੋਂ ਮੈਂ ਸਟੇਜ ਤੋਂ ਅਨਾਉਂਸ ਕੀਤਾ ਸੀਗਾ। ਉਸ ਟਾਈਮ ਅਸੀਂ 7 ਜਾਣੇ ਸੀਗੇ ਜੀ। ਮੇਰੇ ਨਾਲ ਜਗਤਾਰ ਸਿੰਘ ਢੀਂਡਸਾ ਜੀ, ਅਰਜੁਨ ਆਰਿਆ ਜੀ ਮੱਧ ਪ੍ਰਦੇਸ਼ ਤੋਂ, हेमंत सावर जी वैस्ट बंगाल तो, अरुण आर्या जी हरियाणा तो, एक भीम सैना जी ने साडे प्रधान ने यूपी तो ने, एक उत्तराखंड तो। इस तरह ही 7 जाने सीगे जी जो शुरू किया। अज साडे नाल 60 जाने बैठे हैं जी। असी अलग-अलग पॉइंट चुनते ने। इसे जो 10 मीटर घेरे 10 किलोमीटर के घेरे दे विच चल रहा है प्रदर्शन, प्रदर्शन दे विच असी अलग-अलग पॉइंट चुनते ने। असी वो जगह ते बैठ रहे हैं। अज साडे कोल जो रिपोर्ट आई है, ये आई है भी 65 जाने वर्त दे उत्ते बैठे हुए ने जी। ते साडे इस टेंट दे अंदर 12 ਤੋਂ 14 ਜਣੇ ਬੈਠ ਸਕਦੇ। ਇਸੇ ਤਰ੍ਹਾਂ ਅਸੀਂ 12 ਪੁਆਇੰਟ ਚੁਣੇ ਆ ਜੀ। ਸਾਨੂੰ ਇਹ ਲੱਗ ਰਿਹਾ ਵੀ ਆਉਣ ਵਾਲੇ 5 ਦਿਨਾਂ ਦੇ ਵਿੱਚ ਹਜ਼ਾਰਾਂ ਦੇ ਵਿੱਚ ਇਹ ਗਿਣਤੀ ਚਲੀ ਜਾਏਗੀ। ਅਸੀਂ ਜਦੋਂ ਵੀ ਬੈਠ ਰਹੇ ਆ, ਅਸੀਂ ਜੋ ਵੀ ਸਾਡੇ ਨਾਲ ਆ ਕੇ ਬੈਠਦਾ, ਅਸੀਂ ਉਹਨੂੰ ਪਹਿਲਾਂ ਇਹ ਪੁੱਛਦੇ ਹਾਂ, ਬਾਈ ਜੀ ਅਸੀਂ 10 ਦਿਨਾਂ ਬਾਅਦ ਮਰਨ ਵਰਤ ਤੇ ਹੋ ਜਾਣਾ, ਅਸੀਂ ਹੁਣ ਵੀ ਨਿੰਬੂ ਪਾਣੀ ਤੇ ਪਾਣੀ ਤੋਂ ਬਿਨਾ ਕੁਝ ਨਹੀਂ ਲੈ ਰਹੇ। ਜੇ ਤੁਸੀਂ ਸਾਡੇ ਨਾਲ ਬੈਠਣ ਲਈ ਤਿਆਰ ਹੋ ਤਾਂ ਮੋਸਟ ਵੈਲਕਮ। ਜੇ ਨਹੀਂ ਤੁਸੀਂ ਕਰ ਸਕਦੇ ਤਾਂ ਠੀਕ, ਤੁਸੀਂ ਸਾਨੂੰ ਵੈਸੇ ਸਪੋਰਟ ਦਿਓ। ਉਹ ਕਹਿੰਦੇ ਜੀ ਜੋ ਸਾਡੇ ਨਾਲ ਆ ਰਹੇ, ਉਹ ਕਹਿੰਦੇ ਅਸੀਂ ਤੁਹਾਡੇ ਨਾਲ ਆ ਜੀ। ਉਹ ਸਾਡੇ ਨਾਲ ਨਿੰਬੂ ਪਾਣੀ ਤੇ ਬੈਠ ਰਹੇ ਨੇ ਤੇ ਇਸ ਤੋਂ ਬਾਅਦ ਮਰਨ ਵਰਤ ਤੇ ਵੀ ਉਹ ਬੈਠਣਗੇ ਜੀ। ਅੱਜ 65 ਜਾਣੇ ਆ। ਮੈਨੂੰ ਲੱਗ ਰਿਹਾ ਵੀ ਅੱਗੇ ਜਾ ਕੇ ਸਾਨੂੰ ਹਜ਼ਾਰਾਂ ਦੇ ਵਿੱਚ ਸਮਰਥਨ ਮਿਲੇਗਾ ਜੀ। ਸੋ ਇਹ ਤੁਹਾਡੇ ਵੱਲੋਂ ਇੱਕ ਜਿਹੜਾ ਤਰੀਕਾ ਆ ਕਿ ਇਹ ਸੰਘਰਸ਼ ਨੂੰ ਕਿਸ ਤਰ੍ਹਾਂ ਦੇ ਨਾਲ ਹੋਰ ਜੋਸ਼ੀਲਾ ਜਾਂ ਇਸ ਨੂੰ ਤੇਜ਼ ਰੱਖਿਆ ਜਾਵੇ। ਕੁਝ ਹੋਰ ਵੀ ਨੇ ਜਿਹੜੇ ਇਹਦੇ ਵਿੱਚ ਸ਼ਾਮਿਲ ਨੇ। ਤੁਹਾਨੂੰ ਕਿਉਂ ਲੱਗਾ ਕਿ ਤੁਹਾਨੂੰ ਵੀ ਇਹਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਜਾਂ ਤੁਹਾਨੂੰ ਵੀ ਜਿਹੜਾ ਹੈਗਾ ਭੁੱਖ ਹੜਤਾਲ ਤੇ ਬੈਠਣਾ ਚਾਹੀਦਾ? ਇਦਾਂ ਤੁਹਾਨੂੰ ਮਹਿਸੂਸ ਕਿਉਂ ਹੋਇਆ? ਇਹ ਲੜਾਈ ਕਿਸਾਨ ਦੀ ਨਹੀਂ ਹੈ ਜੀ, ਇਹ ਪੂਰੇ ਭਾਰਤ ਵਰਸ਼ ਦੀ ਲੜਾਈ ਹੈ, ਪੂਰੇ ਵਰਲਡ ਦੀ ਲੜਾਈ ਹੈ। ਜਿਹੜਾ ਅੰਨ ਖਾਂਦਾ ਹੈ, ਜਿਹੜਾ ਰੋਟੀ ਖਾਂਦਾ ਹੈ ਕਿਸਾਨ ਦੀ, ਉਹ ਉਸਦੀ ਸਾਰਿਆਂ ਦੇ ਵਰਗ ਦੀ ਲੜਾਈ ਹੈ, ਹਰ ਇੱਕ ਵਰਗ ਦੀ ਲੜਾਈ ਹੈ। ਤੁਹਾਨੂੰ ਲੱਗਾ ਕਿ ਤੁਹਾਨੂੰ ਵੀ ਆਪਣਾ ਯੋਗਦਾਨ ਪਾਣਾ ਚਾਹੀਦਾ? ਬਿਲकुल जी बिल्कुल। हम सारे ਅੱਜ 5ਵਾਂ ਦਿਨ ਹੈ ਆਪਣਾ। ਜੇ 5 ਦਿਨ ਹੋ ਗਏ ਆਪਣਾ, 10 ਦਿਨ ਸਰਕਾਰ ਨੂੰ ਕਹੇ ਹੋਏ ਹੈ ਵੀ 10 ਦਿਨ ਤੋਂ ਬਾਅਦ 11ਵੇਂ ਦਿਨ ਆਪਣਾ ਮ੍ਰਿਤੂ ਵਾਲਾ ਆਪਣਾ ਵਰਤ ਰੱਖਾਂਗੇ। ਆਪਣਾ ਸਰੀਰ ਵੀ ਤਿਆਗਣੇ ਪਏ, ਆਪਣਾ ਸਰੀਰ ਤਿਆਗਾਂਗੇ। ਇੱਧਰ ਭੀਮ ਸੈਨਾ ਤੋਂ ਵੀ ਸਾਡੇ ਨਾਲ ਨੇ। ਕੀ ਕਹਿਣਾ ਚਾਹੋਗੇ ਤੁਸੀਂ ਵੀ ਜਿਸ ਤਰ੍ਹਾਂ ਦੇ ਨਾਲ ਕਿਸਾਨ ਆਰਮੀ ਤੋਂ ਸਾਡੇ ਨਾਲ ਨੇ? ਇਹਨਾਂ ਦੇ ਨਾਲ ਵੀ ਗੱਲ ਕਰ ਲੈਂਦੇ ਆ। ਤੁਹਾਨੂੰ ਕਿਉਂ ਇਦਾਂ ਲੱਗਾ ਕਿ ਜਿਹੜਾ ਤੁਹਾਨੂੰ ਵੀ ਸੰਘਰਸ਼ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਸ਼ਾਮਿਲ ਹੋਣਾ ਚਾਹੀਦਾ? सत श्रीकाल। सबसे पहले तो पत्रकार बंधु, आप हमारी आवाज़ सरकार तक पहुंचा रहे। सबसे पहले बधाई देना चाहूँगा हमारे महंत जी ने हमसे शुद्ध बुद्धि दी, हम भूख हड़ताल पर बैठे। हम सरकार से कहना चाहेंगे जो ये लड़ाई है ना, पूरे देश के किसान मजदूर की लड़ाई है। अगर सरकार ये कहे अगर किसान धरना दे तो ये क्या कानून तोड़ती है? हम इस सरकार से कह रहे, सरकार ये आंदोलन कानून नहीं तोड़ती है, सरकार की पीठ तोड़ता है किसान। सरकार से गुजारिश है तीनों कानून वापस ले ले, अन्यथा हम 10 दिन के बाद अपना शरीर भी सब कुछ त्याग देंगे। ਕਿੰਨੇ ਜਿਹੜੇ ਜਾਣੇ ਨੇ ਉਹ ਤੁਹਾਡੇ ਜਿਹੜੇ ਕਿਸਾਨ ਆਰਮੀ ਦੇ ਵਿੱਚੋਂ ਨੇ ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਹੋਏ ਨੇ? हम तो 15 दिन हो गए समर्थन देने के लिए आ रहे। फिर हमारे महाराज जी चंडीगढ़ से आए, इन्हें हमसे राय दी या भूख हड़ताल पर बैठना चाहिए। हम इनके फुल समर्थन में, इनके साथ जैसा ही कहेंगे ऐसा ही हम तैयार है। ਸੋ ਇਸ ਵੇਲੇ 15 ਜਾਣੇ ਨੇ ਜਿਹੜੇ ਤੁਹਾਡੇ ਨਾਲ ਇਸ ਹੜਤਾਲ ਤੇ ਬੈਠੇ ਨੇ। ਕੁਝ ਬਜ਼ੁਰਗ ਵੀ ਨੇ ਜੋ ਇਸ ਸਮੇਂ ਭੁੱਖ ਹੜਤਾਲ ਤੇ ਬੈਠੇ ਨੇ। ਮੈਂ ਉਹਨਾਂ ਦੇ ਵੱਲ ਵਧਣਾ ਚਾਹਾਂਗੀ। ਜੀ ਆਪ ਕਹਾਂ ਸੇ ਆਏ हैं? मैं उत्तराखंड से आया हूँ और मैं किसान हूँ। योगेंद्र पवार मेरा नाम है। ये किसान के उसमें बहुत ही गलत कानून बना दिया इन्होंने। एक तो मंडी उत्तराखंड में, यूपी में पहली मंडी नहीं है, इसलिए वहाँ कोई रेट फिक्स नहीं है। गवर्नमेंट हमारा गन्ना पिछले साल का गया भैया, आज तक उसके पैसे नहीं आए। नया गन्ना शुरू हो गया
और यदि ये मंडी यहाँ से तोड़ दी जाएगी तो फिर इनके जो कॉन्ट्रैक्ट फार्म बोल रहे हैं उसमें जो किसान से जमीन वगैरह लेंगे, अच्छा धीरे ज़मीन वगैरह लेंगे तो उसका पैसा जो है मतलब इन्होंने लोन ले लेंगे, ज़मीन पर लोन ले लेंगे और लोन से तो अगर ये चले गए लोन ना दें तो वो ज़मीन तो गिरवी रखी गई बैंक के यहाँ, तो बैंक तो ज़मीन को गिरवी नीलाम कर देगा। गवर्नमेंट कहती है कि ज़मीन को नीलाम नहीं करेंगे, इनके ऊपर के नियम में यह है कि ज़मीन नीलाम नहीं करेंगे, परंतु पैरा नंबर 2 में नीचे लिखा हुआ कि रिन्यू जो खेती का जो कानून है उसमें ज़मीन नीलाम हो सकती है, यानी हो सकती है और नहीं होगी, दोनों उल्टे विरोधाभास नियम है। अच्छा, आज के अखबार में निकला है कि 3500 करोड़ रुपए गवर्नमेंट किसानों को। आप बोलते रहो, आप धीरे क्यों हो रहे हो? ये कह रहे धीरे हो जाओ। आपके पास आएंगे, अभी उनसे बात करने दो हमें। हाँ जी, क्या बता रहे थे आप कि आपके जो उत्तराखंड है वहाँ पे भी खेती पे संकट है? हाँ जी, पूरा संकट है। और वहाँ से तो 4 साल हो गए गन्ने पर 1 भी रुपया नहीं बढ़ा, जबकि यूरिया का भाव बढ़ गया, डीएपी का भाव बढ़ गया, तो क्या किसान के उसमें नहीं भाव, जब उसके गन्ने के रेट नहीं बढ़े होंगे? बढ़ा है नहीं। आज के अखबार में है 3500 करोड़ रुपए गवर्नमेंट ने किसानों को अनुदान दिया, वो तो किसानों को चीनी पर अनुदान दिया, किसानों के उसमें वो तो व्यापारी। लेकिन आपने ये नहीं सोचा, ठीक है गवर्नमेंट की नीतियाँ जो है वो किसानों के लिए अच्छी नहीं है, लेकिन अगर आप ऐसे भूख हड़ताल पर बैठोगे, ये जो इधर बैठे हैं ये तो सब जवान हैं, आप तो बुजुर्ग हो, आपकी सेहत पर आएगी, तो भी आपने क्यों फैसला लिया कि आपको भूख हड़ताल पे बैठना है? ऐसा है, आज भी हमारे देखो हमारे बच्चे हैं, उसमें ये भी लिखा हुआ है नियम में कि यदि जो जमीन जो किसान अब उनको देगा व्यापारियों को, यदि उसकी डेथ हो जाती है तो वो जमीन बच्चों को नहीं मिलेगी, वो उनकी व्यापारियों की हो जाएगी, कॉन्ट्रैक्ट जो लेगा ना उनकी हो जाएगी, वो जो लोन ले उस पर लोन ले सकता है। लोन अगर वो भाग गए चले गए तो जमीन तो बैंक कुड़क कर लगा, तो इसमें सारे नियमों में बहुत बड़ी गलती, इसलिए हम सोच रहे कि हम वो सब मर जाएंगे, इससे अच्छा भूख हड़ताल करके अनशन करके मर जाए। तो आपको लग रहा है कि वैसे भी सरकार आपको मार रही है, इससे अच्छा कुछ योगदान जो है वो संघर्ष में डाल दिया जाए। बाबा जी कहाँ से आए हो, क्या नाम है आपका? नमस्कार बेटा, मैं आई एम ओपी दैया, मेरा नाम ओम प्रकाश दैया। आई एम फ्रॉम डिस्ट्रिक्ट सोनीपत। आई एम मोरओवर आई एम एक्स सर्विसमैन आल्सो, रिटायर्ड फौजी हूँ। इफ यू विल अलाउ मी टू स्पीक इन इंग्लिश, आई कैन स्पीक बेटर इन इंग्लिश। यस, यू कैन स्पीक इन इंग्लिश। आप ये बताओ कि आप इस संघर्ष को कैसे देख रहे हो और आपको क्यों ये लगा कि मुझे भी संघर्ष पे बैठना चाहिए? Why? Because better this black bills, it is not in the favor of the farmers, because it is in the favor of totally the big corporates like Adani and Ambani's. Ultimately, this credit bill goes to them, Adani and Ambani's. Credit will not come to our farmers. So we must think over that. We are yani being a human being. Being a human being, we must consider this thing minutely, because you are my daughter, so we can tell you better. We are the university for you. बच्चे की माँ जो होती है वो सबसे बड़ी यूनिवर्सिटी होती है, तो is producing the यानी everything. तो farmers are the backbone of this universe. चीटी से लेके हाथी तक को we are the feeder. So एक backbone is broken, then we cannot survive. तो आपको लग रहा है कि सरकार जो है वो किसान के हित में नहीं है, लेकिन प्रधानमंत्री जी तो ये भी कह रहे हैं कि अभी रैलियां करेंगे वो, और किसानों को मिसगाइडेड किया गया है, वो अब समझाएंगे इन कानून के, इन बिल के क्या फ़ायदे हैं। उसको आप कैसे देख रहे हो फिर? भाई दैट्स फाउल प्ले बेटा। अल्टीमेटली मैं घुमा के कान पकड़ता हूँ, इज नॉट, ये डायरेक्ट नहीं पकड़ रहे हैं, वो घुमा के पकड़ रहे हैं। अल्टीमेटली मैंने बोला कि जब ये 20 से 8 लोग जो हैं, जो हमारे छोटे किसानों के मसीहा हैं, वो हम उनसे पैसा लेते हैं, आप बीमार हो जाती हो, आपकी शादी होती है, हम उनसे पैसे ले लेते हैं, एंड वी विल रिटर्न दैट लोन ऑन विद इंटरेस्ट. सो दे आर हेल्पर ऑफ अस, बट ही इज रिमूविंग, दिस बिल इज रिमूविंग द आर्ट इज इन बिटवीन फार्मर्स एंड दैट्स ए चेन. ये उस चेन को तोड़ा जा रहा है, और हम अगर उनसे सोना ले लेंगे या ज़मीन ले लेंगे या पैसे ले लेंगे, तो वी विल बी अनेबल टू पे. इफ यू आर अनेबल टू पे दैट मनी बैक, तो अल्टीमेटली दैट क्रेडिट, that your land will go up to in their hands ultimately. So minutely you should go in that depth
गहराई से सोचना पड़ेगा। ਕਿ ਜਿਹੜਾ ਕਿਸਾਨ ਕਹਿ ਰਹੇ ਸੀਗੇ ਕਿ ਜ਼ਮੀਨਾਂ ਜਿਹੜੀਆਂ ਨੇ ਉਹ ਖੋਈਆਂ ਜਾ ਸਕਦੀਆਂ ਨੇ, ਫਿਲਹਾਲ ਜਿਹੜਾ ਸਰਕਾਰ ਕਹਿ ਰਹੀ ਕਿ ਇਹ ਜ਼ਮੀਨਾਂ ਖੋਣ ਦੀ ਨਹੀਂ ਹੈ। ਮੋਦੀ ਜੀ ਨੇ ਇੱਕ ਐਗਜ਼ਾਮਪਲ ਵੀ ਦਿੱਤੀ ਸੀ ਕਿ ਅਸੀਂ ਡੇਅਰੀ ਫਾਰਮਿੰਗ ਦਾ ਐਗਜ਼ਾਮਪਲ ਦਿੱਤਾ ਸੀ ਉਹਨਾਂ ਨੇ ਕਿ ਜੇਕਰ ਡੇਅਰੀ ਫਾਰਮਿੰਗ ਵਾਲਾ ਤੁਹਾਡੇ ਕੋਲੋਂ ਦੁੱਧ ਲੈਣ ਆਉਂਦਾ ਤੇ ਉਹ ਤੁਹਾਡੀ ਭੈਂਸ ਥੋੜੀ ਨਾ ਲੈ ਜਾਏਗਾ। ਸੋ ਇਦਾਂ ਤੁਹਾਡੇ ਖੇਤ ਕਿੱਦਾਂ ਚਲੇ ਜਾਣਗੇ, ਤੇ ਤੁਸੀਂ ਫੇਰ ਕਹਿ ਰਹੇ ਕਿ ਖੇਤ ਚਲੇ ਜਾਣਗੇ। नहीं, that's separate issue बेटा, land is separate issue। ਦੋਨੋਂ ਫਰਕ ਹੈ ਇਹਨਾਂ 'ਚ। ਪਰ ਪ੍ਰਧਾਨ ਮੰਤਰੀ Help the difference between ties and arms, so you must consider in that respect, because that is separate issue, but that is separate issue land, because we are taking loan on HFC and this tractors के लिए भी लोन लेते हैं हरियाणा फाइनेंस कॉर्पोरेशन से, so we have to return it back with interest, and you can say the big interest they are charging. Ultimately, they must know that the practical problem I have tell to ਇਹ ਵੀ ਕਹਿਣਾ ਚਾਹ ਰਹੇ ਕਿ ਦੁੱਧ ਤੇ ਜਾਂ ਅਸੀਂ ਡੇਅਰੀ ਵਾਲੇ ਕੋਲੋਂ ਲੋਨ ਨਹੀਂ ਲੈਂਦੇ, ਬਟ ਜਿਹਦੇ ਕੋਲ ਸਾਡੇ ਖੇਤ ਨੇ ਜਾਂ ਫਸਲ ਜਾ ਰਹੀ ਉਹਦੇ ਤੋਂ ਅਸੀਂ ਕਈ ਵਾਰ ਲੋਨ ਜਿਹੜਾ ਲੈ ਲੈਂਦੇ ਹੈਗੇ ਆ। नहीं, लोन ले लेते हैं ठीक है वो, लेकिन जब भैंस दूध ही नहीं देगी तो वो करेंगे क्या भैंस का ले जाके, उसको चारा और खिलाना पड़ेगा ऊपर से। दिस इज आवर मदरलैंड, सो दैट इज गिविंग अस 3 क्रॉप्स वी आर टेकिंग फ्रॉम दैट। सब्जी उगाते हैं, गेहूँ उगाते हैं, तो हम चावल उगाते हैं, तो दिस इज आवर मदरलैंड। तो दे वांट टू स्नैच दिस, बट आई विल नॉट अलाउ देम टू डू सो, बिकॉज माई किड्स आर देयर। पीछे मेरे 10 बच्चे हैं, पोते हैं, पोतियाँ, नातियाँ हैं, so I will not allow them to snatch this land. So we will not, हम उनके उस जाल में नहीं फंसने वाले हैं बेटा, so हम मर जाएंगे यहाँ पे, लेकिन हम we will not go back, because पंजाब हमारा बड़ा भाई है। जैसे राम लक्ष्मण की जोड़ी है ये, they are Ram, we are Lakshman, पर लक्ष्मण will die, हाँ, पर first we will die, बस राम। आप अभी यहाँ पे जो लोग आए उनको क्या मैसेज देना चाहोगे? मैं यही देना चाहूँगा बेटा कि हमारे प्रधानमंत्री जो है नरेंद्र मोदी जी को ये समझ लेना चाहिए, 70-80 years old, our fathers, mothers, they are shivering in the severe cold, so he must realize that कि इतनी ठंडी में काँप रहे हैं। अरे भाई तुम कंसीडर करो, रिवाइज करो, रिट्रीट करो, और इनको घर जाने दो अपने घर, हम अपनी फसलों को संभालें। तो दिस इज ए क्रिमिनल वेस्टेज ऑफ मनी ऑफ द फार्मर्स एज पर द लॉ। If our economy will go down, then who will help us? We will ask a loan from the government, and loan is said they are not giving. They are telling that हमारे पास पैसा ही नहीं है। अभी कैप्टन अमरिंदर सिंह has asked the help from the center. Amit Shah has told previously, yesterday talk I will tell you, he has told कि मेरे को 50 लाख करोड़ रुपए चाहिए, हमारा पंजाब पूरा उधर चला गया, मेरे पंजाब को इतना लॉस होता है। तो ये कह रहा है अमित शाह कि हमारे पास पैसा ही नहीं है, हमारा भी लॉस हो रहा है, दिल्ली बंद करके बैठेंगे तुझे पंजाब के फार्मर। तो ये अल्टीमेटली दैट क्रेडिट गोज टू हुम कि दे मस्ट कंसीडर दैट ही इज द किंग ऑफ दैट इंडिया। मिस्टर नरेंद्र मोदी मस्ट रियलाइज दैट कि एज सुन एज पॉसिबल, यानी यू दिस कॉन्स्टेंट फीलिंग ऑफ बिटवीन दिस प्रशासन और तो you must consider, and it's a constant feeling of farmers। जो आप एग्जांपल की बात बोल रहे थे ना, मैं एक बार जी 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 ਇਹ ਵੀਰ ਕੁਝ ਕਹਿਣਾ ਚਾਹੁੰਦੇ ਸੀਗੇ ਜੀ, ਕੀ ਕਹਿਣਾ ਚਾਹ ਰਹੇ ਸੀ? मैं ये बोल रहा हूँ, जो मोदी जी ने जो एग्जांपल दिया है, जो ये कॉन्ट्रैक्ट फार्मिंग वाला जो काम ये कर रहे हैं हमारे साथ, ये जैसे मुर्गी फार्म वाली बात है। मुर्गी फार्म में